अस्सलामुअलैकुम। कुछ गल्लां ਜਿਹੜੀਆਂ ਹੁੰਦੀਆਂ ਨੇ ਇਨਸਾਨ ਦਾ ਦਿਲ ਚੀਰ ਕੇ ਰੱਖ ਦਿੰਦੀਆਂ ਨੇ। ਜਵਾਨ ਕਹਿੰਦਾ 8-10 ਪਿੰਡਾਂ ਨੂੰ ਇੱਕ ਛੋਟਾ ਜਿਹਾ ਸ਼ਹਿਰ ਲੱਗਦਾ ਜਿਹਦੇ 'ਚ 15-20 ਦੁਕਾਨਾਂ ਨੇ ਤੇ ਇੱਕ ਡਾਕਟਰ ਹੈ। ਕਹਿੰਦਾ ਮੈਂ ਪਾਕਿਸਤਾਨ ਛੁੱਟੀ ਗਿਆ ਤੇ ਜਾਂਦੇ ਹੀ ਮੈਨੂੰ ਬੁਖਾਰ ਹੋ ਗਿਆ। ਨਿੱਕਾ ਭਰਾ ਜਿਹੜਾ ਕਾਰ ਬੁਕਿੰਗ ਤੇ ਚਲਾਉਂਦਾ, ਮੈਂ ਉਹਨੂੰ ਆਖਿਆ ਕਿ ਯਾਰ ਅੱਜ ਕਾਰ ਨਾ ਲੈ ਕੇ ਜਾਈਂ, ਅੱਜ ਮੈਂ ਡਾਕਟਰ ਨੂੰ ਚੈੱਕ ਕਰਾਉਣਾ। ਕਹਿੰਦਾ ਭਾਈਆ ਮੈਂ ਤੁਹਾਨੂੰ ਲੈ ਚੱਲਾਂ। ਨਹੀਂ ਯਾਰ ਮੈਂ ਆਪੂ ਟੁਰ ਜਾਵਾਂਗਾ, ਇੰਨਾ ਜ਼ਿਆਦਾ ਵੀ ਬੁਖਾਰ ਨਹੀਂ ਹੈ। ਕਹਿੰਦਾ ਮੈਂ ਉਹਦੇ ਕੋਲ ਚਾਬੀ ਲਈ ਲੈ ਕੇ ਹਸਪਤਾਲ ਟੁਰ ਗਿਆ, ਜਾ ਕੇ ਪਰਚੀ ਕਟਾ ਕੇ ਮੈਂ ਬਹਿ ਰਿਹਾ। ਕਹਿੰਦਾ ਉੱਥੇ ਬੈਠਿਆ ਦੇਖਿਆ ਕਿ ਇੱਕ ਔਰਤ ਬਾਹਰੋਂ ਆਈ, ਇੱਕ ਬਜ਼ੁਰਗ ਨੂੰ ਮੋਢੇ ਤੋਂ ਫੜਿਆ ਤੇ ਜਿਸੇ ਪੌੜੀਆਂ ਪੀ ਚਾੜਦੀ ਸੀ, ਬੜੀ ਰੁੱਖੀ ਜ਼ਬਾਨ 'ਚ ਉਸ ਬਜ਼ੁਰਗ ਨਾਲ ਗੱਲ ਪੀ ਕਰਦੀ ਸੀ। ਤੇ ਕਹਿੰਦਾ ਉਹਨੂੰ ਚਾੜ ਕੇ ਆਸਤਾ ਆਸਤਾ ਉੱਥੇ ਕਾਊਂਟਰ ਕੋਲ ਆ ਗਈ। ਜਿਸ ਵੇਲੇ ਕਾਊਂਟਰ ਕੋਲ ਆਈ, ਕਹਿੰਦਾ ਮੈਂ ਗੌਰ ਨਾਲ ਦੇਖਿਆ ਕਿ ਉਹ ਔਰਤ ਨੇ ਗੰਦੇ ਕੱਪੜੇ ਪਾਏ, ਕੈਂਚੀ ਚੱਪਲਾਂ ਉਹਨੇ ਪਾਈਆਂ ਤੇ ਪੈਰ ਮਿੱਟੀ ਹੋਏ ਤੇ ਹੱਥਾਂ ਦਾ ਵੀ ਇਹੀ ਹਾਲ। ਕਹਿੰਦਾ ਵਾਲ ਚਿੱਟੇ ਕੱਢੇ, ਉੱਤੇ ਦੁਪੱਟਾ ਲਿਆ, ਐਂ ਲੱਗਦਾ ਕਿ ਕਦੇ ਨਹਾਤੀ ਨਹੀਂ। ਕਹਿੰਦਾ ਲੇਕਿਨ ਇੱਕ ਚੀਜ਼ ਮੈਂ ਦੇਖੀ ਕਿ ਉਹ ਬਜ਼ੁਰਗਾਂ ਨੇ ਸਾਫ਼ ਸੁਥਰੇ ਕੱਪੜੇ ਪਾਏ ਨੇ, ਇੰਝ ਲੱਗਦਾ ਕਿ ਨਹਾ ਧੋ ਕੇ ਆਏ ਨੇ ਉਹ। ਕਹਿੰਦਾ ਉਹਨੇ ਆਖਿਆ ਬੀਬੀ ਦੱਸੋ ਨਾ। ਕਹਿੰਦਾ ਉਹਨਾਂ ਨਾਂ ਦੱਸਿਆ। ਉਹਨੇ ਕਿਹਾ ਨਾ। ਉਹਨੇ ਕਿਹਾ ਦਿਓ 800 ਰੁਪਈਆ। ਕਹਿੰਦਾ ਉਹਨੇ ਆਪਣੇ ਦੁਪੱਟੇ ਨਾਲ ਪੈਸੇ ਖੋਲ ਕੇ ਨਾ, ਕਹਿੰਦੇ ਭਾਈ ਸਾਡੇ ਕੋਲ ਤੇ 600 ਰੁਪਈਆ। ਉਹਨੇ ਆਖਿਆ 600 ਨਹੀਂ ਬੀਬੀ 800 ਰੁਪਈਆ। ਉਹਨੇ ਆਖਿਆ ਭਾਈ ਸਾਨੂੰ ਕਰ ਦਿਓ, ਅਸੀਂ ਐਡੀ ਦੂਰੋਂ ਟੁਰ ਕੇ ਆਏ ਹਾਂ, ਸਾਡੇ ਕੋਲ ਕੋਈ ਨਹੀਂ ਹੋਰ ਪੈਸੇ। ਉਹਨੇ ਆਖਿਆ ਹੋਰ ਪੈਸੇ ਨਹੀਂ ਤੇ ਮੈਂ ਪਰਚੀ ਨਹੀਂ ਕੱਟ ਸਕਦਾ। ਡਾਕਟਰ ਸਾਹਿਬ ਹਮਦਰਦੀਆਂ ਕਰਨ ਲੱਗਣ ਫਿਰ ਤੇ ਇਹਨਾਂ ਦੀ ਦੁਕਾਨਦਾਰੀ ਚੱਲ ਬੈਠੀ ਹੈ, ਸਾਨੂੰ ਨਹੀਂ ਅਲਾਓ, ਇਸ ਵਾਸਤੇ ਅਸੀਂ ਤੁਹਾਡੀ ਨਹੀਂ ਪਰਚੀ ਕੱਟ ਸਕਦੇ। ਕਹਿੰਦਾ ਮੈਂ ਉੱਠਿਆ, ਉੱਠ ਕੇ 200 ਰੁਪਈਆ ਦਿੱਤਾ। ਮੈਂ ਕਿਹਾ ਯਾਰ ਤੂੰ ਪਰਚੀ ਕੱਟ ਦੇ। ਕਹਿੰਦਾ ਜਿਸੇ ਮੈਂ ਬੈਂਚ ਤੇ ਬੈਠਿਆ ਸਾਂ ਮੈਂ ਉਹਨਾਂ ਨੂੰ ਭਾਲ ਦਿੱਤਾ, ਬਜ਼ੁਰਗਾਂ ਨੂੰ ਵੀ ਨਾਲ, ਤੇ ਉਹ ਵੀ ਬਹਿ ਗਈ। ਕਹਿੰਦੇ ਮੇਰਾ ਨੰਬਰ ਆਇਆ। ਮੈਂ ਕਿਹਾ ਜਾਓ ਪਹਿਲਾਂ ਤੁਸੀਂ ਟੁਰ ਜਾਓ। ਕਹਿੰਦਾ ਪਹਿਲਾਂ ਗਏ, ਜਾ ਕੇ ਚੈੱਕ ਕਰਾ ਕੇ ਬਾਹਰ ਆ ਗਏ। ਮੈਂ ਫਿਰ ਗਿਆ। ਕਹਿੰਦਾ ਕਿ ਜਿਸੇ ਬਾਹਰ ਆਇਆ ਮੈਡੀਕਲ ਸਟੋਰ ਤੇ, ਕਹਿੰਦਾ ਮੇਰੇ ਤੋਂ ਅੱਗੇ ਉਹ ਹੀ ਖਲੋਤੀ ਸੀ। ਕਹਿੰਦਾ ਇਸ ਵੇਲੇ ਉਹਨਾਂ ਨੇ ਪਰਚੀ ਲਈ, ਪਰਚੀ ਲੈ ਕੇ ਉਹਨਾਂ ਦਵਾਈਆਂ ਸਾਰੀਆਂ ਲਈਆਂ ਤੇ ਜਿਸ ਉਹਨਾਂ ਆਖਿਆ ਦਿਓ 3000 ਰੁਪਈਆ। ਕਹਿੰਦੇ 3000 ਤੇ ਸਾਡੇ ਕੋਲ ਕੋਈ ਨਹੀਂ। ਉਹਨੇ ਕਿਹਾ ਤੇ ਫਿਰ ਮੈਂ ਦਵਾਈ ਤੁਹਾਨੂੰ ਕਿਸ ਤਰ੍ਹਾਂ ਦਿਆਂ। ਉਹਨੇ ਕਿਹਾ ਅਸੀਂ ਤਾਂ ਸਮਝਿਆ ਪਰਚੀ ਵਿੱਚ ਹੀ ਹੋ ਜਾਏ। ਉਹਨੇ ਕਿਹਾ ਨਹੀਂ ਉਹ ਡਾਕਟਰ ਸਾਹਿਬ ਦੀ ਫੀਸ ਹੈ, ਇਹ ਜਿਹੜਾ ਤੁਸੀਂ ਦਵਾਈਆਂ ਦੇ ਲਾਦਾ ਪੈਸੇ ਦੇਣੇ। ਉਹਨੇ ਕਿਹਾ ਸਾਡੇ ਕੋਲ ਤੇ ਪੈਸੇ ਤੇ ਕੋਈ ਨਹੀਂ। ਕਹਿੰਦਾ ਮੈਂ ਪੈਸੇ ਕੱਢ ਕੇ ਤੇ ਮੈਂ ਕਿਹਾ ਯਾਰ ਦੇ ਦਵਾਈ। ਕਹਿੰਦਾ ਦਵਾਈ ਦਿੱਤੀ। ਉਹ ਲੈ ਕੇ ਤੇ ਬਾਹਰ ਟੁਰ ਗਏ, ਜਿਸੇ ਹਸਪਤਾਲ ਦੀ ਬਾਹਰ ਥੜੀ ਤੇ ਬਹਿ ਰਹੇ। ਕਹਿੰਦੇ ਬਾਹਰ ਆਏ ਬਜ਼ੁਰਗ ਪਾਣੀ ਪੇ ਮੰਗਦੇ ਸੀ। ਕਹਿੰਦਾ ਮੈਂ ਫਟਾਫਟ ਗਿਆ, ਜਾ ਕੇ ਕੂਲਰ 'ਚ ਪਾਣੀ ਪਾਇਆ, ਜਾ ਕੇ ਉਹਨਾਂ ਨੂੰ ਮੈਂ ਪਾਣੀ ਦਿੱਤਾ। ਪਾਣੀ ਪੀ ਕੇ ਨਾ ਤੇ ਉੱਥੇ ਪਿਆ। ਮੈਂ ਤੁਸੀਂ ਕਿੱਥੇ ਜਾਣਾ? ਕਹਿੰਦਾ ਫਲਾਣੇ ਪਿੰਡ ਜਾਣਾ। ਤੇ ਕਿਸ ਤਰ੍ਹਾਂ ਜਾਓਗੇ? ਕਹਿੰਦਾ ਤੁਹਾਡੇ ਕੋਲ ਪੈਸੇ ਵੀ ਨਹੀਂ। ਕਹਿੰਦਾ ਜੀ ਅਸੀਂ ਪੈਦਲ ਆਏ ਹਾਂ ਤੇ ਪੈਦਲ ਹੀ ਜਾਵਾਂਗੇ। ਉਹਨਾਂ ਆਖਿਆ ਇੰਨੀ ਦੂਰ ਬਜ਼ੁਰਗ ਟੁਰ ਜਾਣਗੇ? ਕਹਿੰਦਾ ਟੁਰ ਜਾਣਗੇ, ਕੁਝ ਨਹੀਂ ਹੁੰਦਾ ਇਹਨਾਂ ਨੂੰ। ਕਹਿੰਦਾ ਮੈਂ ਕਿਹਾ ਆਓ ਤੁਹਾਨੂੰ ਮੈਂ ਛੱਡ ਦੇਣਾ। ਕਹਿੰਦਾ ਇੱਕ ਵਾਰੀ ਤਾਂ ਉਹਨਾਂ ਨਾ ਕੀਤੀ, ਦੂਜੀ ਵਾਰੀ ਮੈਂ ਆਖਿਆ ਤੇ ਉਹ ਮੇਰੇ ਨਾਲ ਟੁਰ ਪਏ। ਕਹਿੰਦਾ ਮੈਂ ਪਿਛਲੀ ਸੀਟ ਤੇ ਦੋਵਾਂ ਨੂੰ ਭਾਲਿਆ। ਥੋੜ੍ਹਾ ਜਿਹਾ ਅੱਗੇ ਜਾ ਕੇ ਕਹਿੰਦਾ ਇੱਕ ਗੰਨੇ ਦਾ ਰਸ ਕੱਢਦਾ ਸੀ, ਜੂਸ ਜਿਹੜਾ। ਕਹਿੰਦਾ ਉੱਥੋਂ ਜਾ ਕੇ ਮੈਂ ਉਹ ਗੰਨੇ ਦਾ ਰਸ ਲਿਆ, ਇਹਨਾਂ ਨੂੰ 2 ਗਲਾਸ ਦਿੱਤੇ ਗੱਡੀ 'ਚ, ਇੱਕ ਆਪੂ ਪੀਤਾ। ਪੀ ਕੇ ਤੇ ਕਹਿੰਦਾ ਥੋੜ੍ਹਾ ਜਿਹਾ ਅੱਗੇ ਟੁਰੇ ਆ ਤੇ ਉਹ ਜ਼ਨਾਨੀ ਨੇ ਫਟਾਫਟ ਆਪਣਾ ਦੁਪੱਟਾ ਲਾਇਆ ਤੇ ਉਹ ਬਜ਼ੁਰਗ ਜਿਹੜੇ ਨੇ ਉਹਨਾਂ ਮੇਰੀ ਪਿਛਲੀ ਗੱਡੀ ਦੀ ਸੀਟ ਤੇ ਉਹਨਾਂ ਪਿਸ਼ਾਬ ਕਰ ਦਿੱਤਾ। ਕਹਿੰਦਾ ਉਹਨੇ ਰੋਲਾ ਪਾ ਦਿੱਤਾ ਤੇ ਇਤਨੀ ਬਦਤਮੀਜ਼ੀ ਵੀ ਕਰੇ। ਮੈਂ ਗੱਡੀ ਖਿਲਾਈ। ਮੈਂ ਕਿਹਾ ਨਾ ਬਦਤਮੀਜ਼ੀ ਕਰੋ, ਹੈ ਹੀ ਹੈ। ਕਹਿੰਦਾ ਉਹਨੇ ਫਿਰ ਸਾਫ਼ ਸੂਫ ਕੀਤਾ। ਕਹਿੰਦੇ ਭਾਈ ਮਾफ़ੀ ਚਾਹੁੰਦੇ ਆ, ਇਹਨੂੰ ਨਹੀਂ ਪਤਾ ਲੱਗਦਾ ਬਜ਼ੁਰਗ ਨੂੰ ਤੇ ਇਸ ਵਜ੍ਹਾ ਤੋਂ। ਕਹਿੰਦਾ ਕੋਈ ਗੱਲ ਨਹੀਂ ਹੈ। ਕਹਿੰਦਾ ਉੱਥੇ ਜੇ ਮੈਂ ਦੁਕਾਨਾਂ ਕੋਲ ਹੀ ਸਾਂ, ਮੈਂ ਉਹਨਾਂ ਨੂੰ ਢਾਲਿਆ। ਮੈਂ ਕਿਹਾ ਆਓ। ਕਹਿੰਦਾ ਗਾਰਮੈਂਟਸ ਦੀ ਦੁਕਾਨ ਤੇ ਮੈਂ ਲੈ ਗਿਆ। ਉੱਥੇ ਜਾ ਕੇ ਮੈਂ ਕਿਹਾ ਆਪਣਾ ਸੂਟ ਪਸੰਦ ਕਰ ਲਓ। ਕਹਿੰਦੇ ਪਹਿਲਾਂ ਇਨਕਾਰ ਕੀਤਾ। ਮੈਂ ਕਿਹਾ ਹੈ ਹੀ ਹੈ, ਤੁਸੀਂ ਸੂਟ ਲੈ ਲਓ। ਕਹਿੰਦਾ ਉਹਨਾਂ ਸੂਟ ਲਿਆ ਤੇ ਮੈਂ ਕਿਹਾ ਤੁਸੀਂ ਇਹ ਸੂਟ ਲੈ ਲਓ। ਦੂਸਰਾ ਬਜ਼ੁਰਗਾਂ ਵਾਸਤੇ ਸੂਟ ਲਿਆ ਤੇ ਮੋੜੇ ਨੂੰ ਮੈਂ ਕਿਹਾ ਯਾਰ ਕੋਈ ਕੱਪੜਾ ਦੇ ਜਾਂ ਸਾਫ਼ ਸੀਟ ਕਰ ਦਈਏ। ਕਹਿੰਦਾ ਸਾਫ਼ ਕਰਕੇ ਦੀ ਸੀਟ। ਕਹਿੰਦਾ ਮੈਂ ਟੁਰ ਗਿਆ ਉੱਥੇ ਉਹਨਾਂ ਦੇ ਪਿੰਡ ਗਿਆ। ਪਿੰਡ ਜਾ ਕੇ ਕਹਿੰਦਾ ਜਿਸ ਵੇਲੇ ਉਹਨਾਂ ਦੇ ਘਰ ਦੇ ਬੂਹੇ ਅੱਗੇ ਮੈਂ ਗੱਡੀ ਖਲਾਈ ਹੈ ਤੇ ਬਹੁਤ ਹੀ ਬੁਰੇ ਹਾਲਾਤ ਘਰ ਦੇ। ਕਹਿੰਦਾ ਜੋ ਇਹ ਅੰਦਰ ਵੜਿਆ 2 ਬੱਚੇ ਛੋਟੇ ਛੋਟੇ, ਉਹਨਾਂ ਦੇ ਕੱਫਾਂ ਦੇ ਬਟਨ ਟੁੱਟੇ, ਇਹ ਤੂੰ ਸਾਰੇ ਬਟਨ ਟੁੱਟੇ ਸੀ ਉਹਨਾਂ ਦੇ। ਕਹਿੰਦਾ ਤਰੱਕੇ ਉਹਨਾਂ ਕੱਪੜੇ ਪਾਏ, ਪੈਰਾਂ 'ਚ ਚੱਪਲਾਂ ਵੀ ਨਹੀਂ ਸੀ। ਕਹਿੰਦਾ ਮੈਂ ਤੱਕ ਕੇ ਮੇਰੀਆਂ ਅੱਖਾਂ 'ਚ ਇੱਕ ਵਾਰੀ ਅਥਰੂ ਆ ਗਏ। ਲੇਕਿਨ ਮੈਂ ਇੱਕ ਚੀਜ਼ ਕਹਿੰਦਾ ਦੇਖਿਆ ਕਿ ਉਹਦਾ ਜਿਹੜਾ ਘਰ ਦਾ ਸਰਬਰਾ ਭਾਈ ਆ ਉਹ ਮੰਜੀ ਤੇ ਬੈਠੇ ਆ ਤੇ ਸੋਹਣਾ ਉਹਨੇ ਚੀਰ ਕੱਢੇ ਆ ਤੇ ਸਾਫ਼ ਸੁਥਰੇ ਕੱਪੜੇ ਪਾਏ ਨੇ ਤੇ ਮੰਜੀ ਤੇ ਬੈਠੇ ਆ। ਕਹਿੰਦਾ ਮੈਂ ਕਿਹਾ ਇਹ ਮੰਜੀ ਤੇ ਰਾਮ ਸਕੂਨਾ ਬੈਠੇ ਆ ਤੇ ਬੱਚਿਆਂ ਦੇ ਗੰਦੇ ਕੱਪੜੇ ਪਾਏ ਨੇ। ਕਹਿੰਦਾ ਇਸੇ ਅੰਦਰ ਲੈ ਕੇ ਬਜ਼ੁਰਗਾਂ ਨਾਲ ਕਹਿੰਦਾ ਸਿੱਧਾ ਜਾ ਕੇ ਮੈਂ ਉਸ ਭਾਈ ਕੋਲ ਜਾ ਕੇ ਬਹਿ ਰਿਹਾ। ਕਹਿੰਦਾ ਇਸੇ ਕੋਲ ਜਾ ਕੇ ਬੈਠਾ ਤੇ ਮੈਂ ਕਿਹਾ ਭਾਈ ਸੁਣਾਓ ਠੀਕ ਹੋ? ਕਹਿੰਦਾ ਠੀਕ ਆ। ਕਹਿੰਦਾ ਮੈਂ ਕਿਹਾ ਤੇ ਇਹ ਕੀ ਤੁਹਾਡੇ ਘਰ ਦੇ ਹਾਲਾਤ ਨੇ? ਤੁਸੀਂ ਤਾਂ ਸਾਫ਼ ਸੁਥਰੇ ਕੱਪੜੇ ਪਾ ਕੇ ਬੈਠੇ ਹੋ ਤੇ ਤੁਸੀਂ ਜਿਹੜਾ ਕੰਮ ਸ਼ਮ ਕਿਉਂ ਨਹੀਂ ਕਰਦੇ? ਤੇ ਇਸ ਤਰ੍ਹਾਂ ਹਾਲਾਤ ਨਹੀਂ ਹੋਣੇ ਚਾਹੀਦੇ ਤੁਹਾਡੇ ਘਰ ਦੇ। ਆਪਣੇ ਕਹਿੰਦਾ ਕੱਪੜਾ ਚੁੱਕ ਕੇ ਨਾ ਲੱਤਾਂ ਤੋਂ। ਕਹਿੰਦਾ ਮੇਰਾ ਐਕਸੀਡੈਂਟ ਹੋਇਆ ਸੀ ਤੇ 2 ਲੱਤਾਂ ਜਿਹੜੀਆਂ ਮੇਰੀਆਂ ਜਾਂਦੀਆਂ ਰਹੀਆਂ ਨੇ। ਪਹਿਲਾਂ ਮੈਂ ਹੀ ਕਮਾਉਂਦਾ ਸਾਂ, ਦਰਜੀਆਂ ਦਾ ਮੈਂ ਕੰਮ ਕਰਦਾ ਸੀ। ਮੇਰਾ ਐਕਸੀਡੈਂਟ ਹੋਇਆ ਜਿਹਦੀ ਵਜ੍ਹਾ ਨਾਲ ਲੱਤਾਂ ਮੇਰੀਆਂ ਜਾਂਦੀਆਂ, ਮੈਂ ਉਸ ਸ਼ਹਿਰ 'ਚ ਕੰਮ ਕਰਕੇ ਆਉਂਦਾ ਸੀ। ਕਹਿੰਦਾ ਮੈਂ ਕਿਹਾ ਅੱਛਾ ਤੇ ਹੁਣ ਫਿਰ ਕੀ ਕਰਦੇ ਹੋ? ਕਹਿੰਦਾ ਕੁਝ ਵੀ ਨਹੀਂ ਕਰਦਾ, ਘਰ ਹੀ ਉਹਨਾਂ ਦੇ ਬੀਵੀ ਜਿਹੜੀ ਆ ਉਹ ਕੰਮ ਕਰਦੀ ਹੈ ਤੇ ਇਹ ਮੇਰੇ ਅੱਬਾ ਜੀ ਨੇ ਤੇ ਇਹ ਬਜ਼ੁਰਗ ਨੇ। ਤੇ ਇਸ ਵਜ੍ਹਾ ਤੋਂ ਮੈਂ ਫਿਰ ਦੇਖਿਆ। ਕਹਿੰਦਾ ਮੈਂ ਕਿਹਾ ਬੜੀ ਬਹਾਦਰ ਔਰਤ ਹੈ ਜਿਹਨੇ ਆਪਣੇ ਸਹੁਰੇ ਨੂੰ ਸਾਫ਼ ਸੁਥਰੇ ਕੱਪੜੇ ਪਵਾਏ ਨੇ, ਆਪੂ ਗੰਦੇ ਕੱਪੜੇ ਪਾਏ ਨੇ ਤੇ ਟੁਰ ਕੇ ਜਾ ਕੇ ਹਸਪਤਾਲ ਲੈ ਕੇ ਗਈ ਹੈ ਤੇ ਆਪਣਾ ਜਣੇ ਨੇ ਵੀ ਘਰ ਮੰਜੀ ਤੇ ਬੈਠੇ ਆ ਤੇ ਸਾਫ਼ ਸੁਥਰੇ ਕੱਪੜੇ ਪਾ ਕੇ ਬੈਠੇ ਆ। ਤੇ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦਾ? ਉਹਨਾਂ ਆਖਿਆ ਭਾਈ ਦੇਖ ਲਓ ਜਿਸ ਤਰ੍ਹਾਂ। ਕਹਿੰਦਾ ਨਾਲ ਉਹਨਾਂ ਦੇ ਘਰ ਦੇ ਇੱਕ ਕੋਠੀ ਸੀ। ਕਹਿੰਦਾ ਬੜੀ ਸੋਹਣੀ ਕੋਠੀ ਸੀ। ਮੈਂ ਕਿਹਾ ਯਾਰ ਇਹ ਤੁਹਾਡੀ ਮਦਦ ਨਹੀਂ ਕਰਦੇ? ਕਹਿੰਦਾ ਭਾਈ ਕਿੱਥੇ ਮਦਦ ਕਰਦੇ ਨੇ, 2000 ਰੁਪਈਆ ਦਿੰਦੇ ਨੇ, ਮੇਰੀ ਜਨਾਨੀ ਉਹਨਾਂ ਦੇ ਘਰ ਦੀ ਸਫਾਈ ਕਰਕੇ ਆਉਂਦੀ ਹੈ
ਤੇ ਕੋਈ ਥੋੜੇ ਬਹੁਤ ਹੋਰ ਪੈਸੇ ਹੋ ਜਾਂਦੇ ਨੇ ਤੇ ਬਸ ਇਹੀ ਘਰ ਦੇ ਖਾਣ ਪੀਣ ਹੀ ਚੱਲਦਾ, ਬੜਾ ਔਖਾ ਹੋ ਕੇ ਉਹ ਵੀ ਚੱਲਦਾ। ਕਹਿੰਦਾ ਮੈਂ ਕਿਹਾ ਯਾਰ ਤੂੰ ਕੀ ਕੰਮ ਕਰਨਾ ਚਾਹੇਂਗਾ ਜੇ ਮੈਂ ਤੇਰੀ ਮਦਦ ਕਰਾਂ। ਉਹਨੇ ਕਿਹਾ ਭਾਈ ਅਗਰ ਤੁਸੀਂ ਮੈਨੂੰ ਕਾਜ ਓਵਰਲਾਕ ਦੀਆਂ 2 ਮਸ਼ੀਨਾਂ ਲੈ ਦਿਓ ਨਾ, ਜਿਹੜੇ ਕਾਜ ਹੁੰਦੇ ਨੇ ਜਿਹਦੇ ਬਟਨ ਲੱਗਦੇ ਨੇ, ਕਹਿੰਦਾ ਅਗਰ ਤੁਸੀਂ ਇਹ ਮੈਨੂੰ ਲੈ ਦਿਓ ਨਾ ਤੇ ਮੈਂ ਆਪਣੇ ਇੱਥੇ ਘਰ ਰੱਖ ਲਾਂਗਾ, ਅੱਗੇ ਪਿੱਛੇ ਵਾਲੇ ਪਿੰਡ ਜਿਹੜੇ ਨੇ ਇੱਥੋਂ ਹੀ ਲੰਘ ਕੇ ਜਾਂਦੇ ਨੇ ਤੇ ਮੇਰਾ ਜਿਹੜਾ ਨਾ ਉਹ ਸਿਲਸਿਲਾ ਚੱਲ ਜਾਏਗਾ। ਕਹਿੰਦਾ ਮੈਂ ਕਿਹਾ ਬਹਿ ਮੇਰੇ ਨਾਲ ਗੱਡੀ 'ਚ ਉਸੇ ਟਾਈਮ। ਕਹਿੰਦਾ ਮੈਨੂੰ ਗੱਡੀ 'ਚ ਨਾਲ ਚੁੱਕ ਕੇ ਬਹਾਲ ਕੇ ਤੁਹਾਨੂੰ ਮੈਂ ਲੈ ਗਿਆ। ਕਹਿੰਦਾ ਮੈਂ ਸ਼ਹਿਰ ਗਿਆ, ਸਿੱਧਾ ਸ਼ਹਿਰ ਜਾ ਕੇ ਤੂੰ ਮਸ਼ੀਨਾਂ ਪਤਾ ਕੀਤੀਆਂ, 2 ਮਸ਼ੀਨਾਂ ਰੱਖੀਆਂ, ਬਾਕੀ ਉਹਨੂੰ ਆਖਿਆ ਜਿਹੜਾ ਸਮਾਨ ਹੁੰਦਾ ਅੰਦਰ ਨਲਕੀਆਂ ਵਗੈਰਾ ਜੋ ਵੀ ਸਿਸਟਮ ਹੈ, ਕਹਿੰਦਾ ਸਾਰਾ ਮੈਂ ਉਹਨੂੰ ਲੈ ਕੇ ਦਿੱਤਾ। ਮੈਂ ਬੁੱਕ ਕਰਾ ਕੇ ਜਨਾਬ ਆ ਕੇ ਉਹਦੀ ਆਪੂ ਨਾਲ ਹੋ ਕੇ ਸੈੱਟ ਉਹਦਾ ਕਰਾਇਆ। ਕਹਿੰਦਾ ਮੈਂ ਪਰਚੀ ਬਣਾ ਕੇ ਮੈਂ ਕਿਹਾ ਭਾਈ ਇਤਨਾ ਮੇਰਾ ਖਰਚਾ ਹੋਇਆ ਤੇ ਇਹ ਪੈਸੇ ਜਿਹੜੇ ਨੇ ਤੁਸੀਂ ਮੈਨੂੰ ਬਾਅਦ 'ਚ ਦੇਣੇ ਨੇ। ਕਹਿੰਦਾ ਭਾਈ ਜ਼ਰੂਰ ਦਿਆਂਗਾ, ਜੇ ਮੇਰੇ ਆਸਤਾ ਆਸਤਾ ਜੋੜਦਾ ਰਵਾਂਗਾ, ਜੋ ਹੀ ਪੈਸੇ ਹੋਏ ਤੇ ਤੁਸੀਂ ਜਿਹੜਾ ਨਾ ਪਹਿਲਾਂ ਪੈਸੇ ਤੁਹਾਨੂੰ ਦਿਆਂਗਾ। ਕਹਿੰਦਾ ਠੀਕ ਹੈ। ਕਹਿੰਦਾ 1.5-2 ਸਾਲ ਬਾਅਦ ਉਸ ਬੰਦੇ ਨੇ ਮੈਨੂੰ ਫੋਨ ਕੀਤਾ, ਕਹਿੰਦਾ ਭਾਈ ਜਿਹੜੇ ਤੁਸੀਂ ਪੈਸੇ ਮੈਨੂੰ ਦਿੱਤੇ ਸੀ ਨਾ, ਤੁਹਾਡੇ ਪੈਸੇ ਪੂਰੇ ਹੋ ਗਏ ਨੇ ਤੇ ਆ ਕੇ ਆਪਣੇ ਪੈਸੇ ਲੈ ਜਾਓ। ਕਹਿੰਦਾ ਮੈਂ ਕਿਹਾ ਬੜੀ ਗੱਲ ਹੈ। ਕਹਿੰਦਾ ਮੈਂ ਨਿੱਕੇ ਭਾਈ ਨੂੰ ਆਖਿਆ ਜਾਸ। ਕਹਿੰਦਾ ਗਿਆ, ਉਹਨੇ ਜਾ ਕੇ ਵੀਡੀਓ ਕਾਲ ਕੀਤੀ, ਵੀਡੀਓ ਕਾਲ ਕਰਕੇ ਤੇ ਕਹਿੰਦਾ ਜਿਸ ਵੇਲੇ ਮੈਂ ਦੇਖਿਆ, ਕਹਿੰਦਾ ਵਾਕਈ ਉਹਨੇ ਦੁਕਾਨ ਸੋਹਣੀ ਚਲਾਈ, ਢੇਰ ਕੱਪੜੇ ਪਏ ਉੱਥੇ, ਲੋਕ ਕੱਪੜੇ ਸਵਾਉਣ ਲੱਗ ਪਏ ਉੱਥੋਂ, ਚੰਗਾ ਭਲਾ ਉਹਦਾ ਕਾਰੋਬਾਰ ਚੱਲ ਗਿਆ। ਕਹਿੰਦਾ ਜੀ ਇਹ ਪੈਸੇ ਤੁਹਾਡੇ। ਕਹਿੰਦਾ ਪੈਸਿਆਂ ਦਾ ਇੰਝ ਕਰ, ਉਹ ਘਰ ਆਪਣੇ ਦਾ ਨਾ ਸਾਰਾ ਮੁਰੰਮਤ ਕਰਾ ਲੈ ਇਹਦਾ, ਮੈਂ ਪੈਸੇ ਤੇਰੇ ਕੋਲ ਲੈਣੇ ਕੋਈ ਨਹੀਂ ਸੀ, ਲੇਕਿਨ ਮੇਰਾ ਇਹ ਦਿਲ ਸੀ ਕਿ ਤੂੰ ਆਪਣੇ ਘਰ 'ਤੇ ਲਾਵੇਂ ਨਾ, ਜ਼ਾਇਆ ਕਰਦਾ ਰਵੇਂ। ਉਹਨੇ ਜਨਾਬ ਕਹਿੰਦਾ ਆਪਣੇ ਘਰ 'ਤੇ ਲਾਏ, ਥੋੜ੍ਹੇ ਬਹੁਤ ਹੋਰ ਉਹਨੂੰ ਮੈਂ ਦਿੱਤੇ। ਕਹਿੰਦਾ ਦਿਲ ਨੂੰ ਇੰਨਾ ਸਕੂਨ ਮਿਲਿਆ ਨਾ ਕਿ ਮੈਂ ਦੱਸ ਵੀ ਨਹੀਂ ਸਕਦਾ ਕਿ ਕਿਸੇ ਦੀ ਮਦਦ ਕੀਤਿਆਂ ਕਿੰਨਾ ਦਿਲ ਨੂੰ ਸਕੂਨ ਮਿਲਦਾ। ਇਹ ਗਰੀਬ ਕਹਿੰਦਾ ਨਾਲ ਉਹਨਾਂ ਦੇ ਕੋਠੀ ਆ, ਉਹਨਾਂ ਕਦੇ ਮਦਦ ਨਹੀਂ ਕੀਤੀ, ਉਹਨਾਂ ਦੇ ਕੋਠੀਆਂ ਦਾ ਕੀ ਫਾਇਦਾ ਜਦੋਂ ਕਿਸੇ ਗਰੀਬ ਦੀ ਮਦਦ ਨਹੀਂ ਕਰਨੀ। ਕਹਿੰਦਾ ਮੈਨੂੰ ਤਾਂ ਬੜਾ ਦੁੱਖ ਹੋਇਆ, ਮੈਂ ਕੋਸ਼ਿਸ਼ ਇਹੀ ਕਰਨਾ ਕਿ ਹਰ ਸਾਲ ਜਿਹੜਾ ਨਾ ਇੱਕ ਅੱਧ ਬੰਦੇ ਦੀ ਮਦਦ ਲਾਜ਼ਮੀ ਕਰਾਂ ਤਾਂ ਕਿ ਮੇਰੇ ਦਿਲ ਨੂੰ ਸਕੂਨ ਮਿਲੇ। ਕਹਿੰਦਾ ਇਹ ਵੀ ਇੱਕ ਨਸ਼ਾ ਹੈ, ਜਿਸ ਵੇਲੇ ਕਿਸੇ ਦੀ ਮਦਦ ਕਰਦੇ ਹੋ ਨਾ, ਉਹਨੂੰ ਖੁਸ਼ ਦੇਖਦੇ ਹੋ ਨਾ, ਦਿਲ ਕਰਦਾ ਕਿ ਹੋਰ ਕਿਸੇ ਦਾ ਕਰੋ ਕਿ ਉਹ ਵੀ ਖੁਸ਼ ਹੋਵੇ। ਕਹਿੰਦਾ ਕਿਸੇ ਨਸ਼ੇ ਤੋਂ ਘੱਟ ਨਹੀਂ ਕਿਸੇ ਦੀ ਮਦਦ ਕਰਨਾ। ਇਸ ਵਾਸਤੇ ਗਰੀਬ ਬੰਦਿਆਂ ਦੀ ਮਦਦ ਕਰਦੇ ਰਹਿਆ ਕਰੋ, ਆਪਣੇ ਆਸ-ਪਾਸ ਦੇਖਦੇ ਰਹਿਆ ਕਰੋ, ਕਿਉਂਕਿ ਅਗਰ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਅੱਲਾ ਤੁਹਾਡੀ ਮਦਦ ਕਰੇਗਾ। ਬਾਕੀ ਅਗਰ ਮੇਰੀ ਗੱਲ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤਾਂ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।